ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵਿਜੇ, ਕੀ ਹਾਲ ਹੈ? ਬਹੁਤ ਵਧੀਆ ਜੀ। ਅੱਛਾ, ਹੁਣ ਟੌਪਿਕਸ 'ਤੇ ਜਿਹੜੀ ਗੱਲ ਸੋਚਦੇ ਸੀ ਕਰੀਏ, ਪਰ ਹੁਣ ਓਵਰ ਦ ਵੀਕਐਂਡ ਬਹੁਤ ਸਾਰੇ ਸਾਡੇ ਸੁਣਨ ਵਾਲਿਆਂ ਦੀਆਂ ਨਜ਼ਰਾਂ ਇੰਡੀਆ ਦੇ ਵਿੱਚ ਜੋ ਇਲੈਕਸ਼ਨ ਦੇ ਨਤੀਜੇ ਆਏ 5 ਸੂਬਿਆਂ ਦੇ ਵਿੱਚੋਂ, ਉਹਦੇ ਉੱਪਰ ਟਿਕੀਆਂ ਹੋਈਆਂ ਸੀ। ਕਈਆਂ ਦੀ ਦਿਲਚਸਪੀ ਸੀ ਉਹਨਾਂ ਨਤੀਜਿਆਂ ਦੇ ਵਿੱਚ। 5 ਸਟੇਟਸ ਦੇ ਵਿੱਚ ਚੋਣਾਂ ਹੋਈਆਂ, 5 ਦੇ ਨਤੀਜੇ ਆ ਚੁੱਕੇ ਨੇ। ਚਲੋ, ਉਹ ਸਾਰੀਆਂ ਖਬਰਾਂ ਸਭ ਸੁਣ ਚੁੱਕੇ ਨੇ, ਪਰ ਐਜ਼ ਐਨ ਇਕੋਨੋਮਿਸਟ, ਇਕਨੋਮਿਕ ਪੁਆਇੰਟ ਆਫ ਵਿਊ ਤੋਂ ਨਤੀਜੇ ਵੇਖੀਏ, ਇਹਨਾਂ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਜੀ? ਦੇਖੋ ਵਿਜੇ, ਜਿਹੜਾ ਨਤੀਜੇ ਆਏ ਨੇ, ਬੜੇ ਲੋਕਾਂ ਨੂੰ ਸੀ ਵੀ ਉਡੀਕ ਸੀ। ਮਹੀਨੇ ਬਾਅਦ ਇਲੈਕਸ਼ਨ ਮਹੀਨੇ ਦੇ ਵਿੱਚ ਚੱਲੀ, ਫਿਰ ਉਹਦੇ ਗਿਣਤੀ ਹੋਈ, ਸਾਰਾ ਕੁਛ ਹੋਇਆ, ਰਿਜ਼ਲਟ ਆ ਗਏ ਜੀ। ਕੁਛ ਨੂੰ ਹਾਰ ਦੀ ਨਮੋਸ਼ੀ ਹੋਈ, ਕੁਛ ਨੂੰ ਜਿੱਤ ਦੀ ਖੁਸ਼ੀ ਹੋਈ ਜੀ। ਪਰ ਇਹ ਸਾਰੀਆਂ ਇੱਕ ਖਬਰਾਂ ਨੇ। ਅਲਟੀਮੇਟਲੀ ਉਸ ਤੋਂ ਬਾਅਦ ਗਵਰਨੈਂਸ ਇਸ਼ੂ ਆਉਂਦਾ ਹੈ ਜੀ, ਰਾਈਟ। ਉਸ ਤੋਂ ਬਾਅਦ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ, ਕੀ ਉਹ ਸੋਲਵ ਹੁੰਦੀਆਂ ਕਿ ਨਹੀਂ ਹੁੰਦੀਆਂ। ਐਜ਼ ਏ ਇਕਨੋਮਿਸਟ ਜਿਹੜਾ ਸਾਡਾ ਇੰਟਰਸਟ ਉਹਦੇ ਵਿੱਚ ਹੁੰਦਾ ਹੈਗਾ ਜੀ। ਉਹ ਜਿਹੜੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣੀਆਂ, ਉਹ ਇਕੱਲੀ ਗਵਰਨੈਂਸ ਨਾਲ ਵੀ ਨਹੀਂ ਹੋਣੀਆਂ ਗੀਆਂ। ਚਲੋ, ਗਵਰਨੈਂਸ ਤੁਸੀਂ ਚੰਗੀ ਕਰ ਸਕਦੇ ਹੋ, ਪਰ ਇੱਕ ਸਟਰਕਚਰ ਵੀ ਹੈ ਜਿਹਦੇ ਉੱਪਰ ਉਹ ਗਵਰਨੈਂਸ ਖੜੀ ਹੈ ਜੀ। ਕੀ ਉਹ ਸਟਰਕਚਰ ਹੈ ਜਿਹੜਾ, ਉਸ ਨੂੰ ਲੋਕ ਕਿਵੇਂ ਲੈ ਰਹੇ ਨੇਗੇ? ਉਹ ਸਟਰਕਚਰ ਹੈ ਜਿਹੜਾ, ਕੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕਾਰਗਰ ਹੈ ਜਾਂ ਨਹੀਂ ਹੈ? ਦੇਖੋ, ਕਈ ਵਾਰੀ ਕੀ ਹੁੰਦਾ ਹੈਗਾ, ਸਰਕਾਰ ਬਦਲ ਜਾਂਦੀ ਹੈ ਜੀ। ਉਹੀ ਸਰਕਾਰ, ਜਿਹੜੀ ਅਕਾਲੀ ਸਰਕਾਰ ਮਾਸਟਰਾਂ ਨੂੰ ਕੁੱਟਦੀ ਹੁੰਦੀ ਸੀ, 6 ਮਹੀਨਿਆਂ ਬਾਅਦ ਕਾਂਗਰਸ ਸਰਕਾਰ ਕੁੱਟਣ ਲੱਗ ਜਾਂਦੀ ਹੈ। ਤੇ ਉਹ ਜਿਹੜੀਆਂ ਮਤਲਬ ਮੇਰੀ ਇੱਕ ਐਗਜ਼ਾਮਪਲ ਹੈ ਇਹ ਜੀ ਵੀ ਕੀ ਇਹ ਜਿਹੜੀਆਂ ਸਮੱਸਿਆ, ਅਸਲ ਤਾਂ ਲੋਕਾਂ ਦੀ ਸਮੱਸਿਆ ਦੀ ਗੱਲ ਹੈ। ਲੋਕਾਂ ਦੀਆਂ ਜਿਹੜੀਆਂ 4 ਸਮੱਸਿਆਵਾਂ ਮੇਨ ਨੇ, ਜਿਹੜੀਆਂ ਉਹਨਾਂ ਨੇ ਖਾਣਾ ਹੈਗਾ, ਉਹਨਾਂ ਨੇ ਰਹਿਣਾ ਹੈਗਾ, ਉਹਨਾਂ ਦੀ ਐਜੂਕੇਸ਼ਨ ਹੈ ਤੇ ਹੈਲਥ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਦੀ ਬੁਨਿਆਦੀ ਜ਼ਰੂਰਤਾਂ ਨੇ। ਕੀ ਇਹ ਬੁਨਿਆਦੀ ਜ਼ਰੂਰਤਾਂ ਬੜੇ ਆਰਾਮ ਨਾਲ ਤੇ ਬੜੀ ਈਜ਼ਲੀ ਉਹ ਪੂਰੀਆਂ ਹੁੰਦੀਆਂ ਜੀ? ਤੇ ਰੁਜ਼ਗਾਰ ਹੈ ਜਿਹੜਾ ਉਹਨਾਂ ਦਾ ਮਿਲਦਾ ਕਿ ਨਹੀਂ ਮਿਲਦਾ ਗਾ? ਸੋ ਮੇਰਾ ਫੋਕਸ ਜਾਂ ਕੋਈ ਵੀ ਜਿਹੜਾ ਇਕਨੋਮਿਸਟ ਹੈ, ਉਹ ਫੋਕਸ ਚੁਣਾਵੀ ਜਿਹੜਾ ਹੈਗਾ ਲੋਕਤੰਤਰ ਤੇ ਨਹੀਂ ਕਰੂਗਾ ਜੀ। ਉਹ ਜਿਹੜਾ ਅਸਲ ਰੀਅਲ ਲੋਕਤੰਤਰ ਹੈ, ਜਿਹੜਾ ਆਰਥਿਕ ਲੋਕਤੰਤਰ ਹੈ ਜਿਹੜਾ, ਉਸ ਦੇ ਉੱਪਰ ਵੀ ਆਪਣਾ ਜਿਹੜਾ ਫੋਕਸ ਕਰੂਗਾ। ਇਹ ਡਾਕਟਰ ਸਾਹਿਬ, ਤੁਸੀਂ ਬੜੀ ਵਧੀਆ ਗੱਲ ਕੀਤੀ, ਕਿਉਂਕਿ ਕਈ ਵਾਰੀ ਇਹ ਨਾ ਗੱਲ ਅਕਸਰ ਚੱਲਦੀ ਆ ਕਿ ਸਰਕਾਰ ਬਦਲ ਜਾਂਦੀ ਹੈ, ਪਾਰਟੀ ਬਦਲ ਜਾਂਦੀ ਹੈ, ਪਰ ਇਸ਼ੂਜ਼ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਨੇ। ਹਾਂਜੀ। ਉਹ ਮੇਰੇ ਖਿਆਲ ਜਿਹੜੀ ਤੁਸੀਂ ਸ਼ੁਰੂ 'ਚ ਗੱਲ ਕੀਤੀ ਨਾ, ਉਹ ਬਹੁਤ ਇੰਪੋਰਟੈਂਟ ਹੈ ਉਹ ਸਮਝਣੀ, ਕਿ ਜਿਸ ਬੁਨਿਆਦ ਦੇ ਉੱਪਰ ਉਹ ਗਵਰਨੈਂਸ ਖੜੀ ਹੈ, ਜਿਹੜਾ ਉਹ ਢਾਂਚਾ ਕਿੰਨਾ ਕੁ ਮਜ਼ਬੂਤ ਆ, ਅਤੇ ਉਹਦੇ ਕਰਕੇ ਹੀ ਜਿਹੜੇ ਚੈਲੰਜਿਸ ਨੇ ਕਈ ਵਾਰੀ ਉਹ ਪਰਪੈਚੁਅਲੀ ਚਲੀ ਜਾਂਦੇ ਨੇ। ਕਿ ਜਿਹੜੀ ਸਰਕਾਰ ਉਹ ਵਾਅਦੇ ਕਰਦੀ ਹੈ, ਸਰਕਾਰ ਬਦਲਦੀ ਹੈ, ਉਮੀਦ ਲੋਕਾਂ ਦੇ ਮਨ 'ਚ ਜਾਗਦੀ ਹੈ ਕਿ ਜੇ ਹੁਣ ਨਵੀਂ ਸਰਕਾਰ ਆਈ ਹੈ, ਪਾਰਟੀ ਬਦਲੀ ਆ, ਇਹਦੇ ਨਾਲ ਹਾਲਾਤ ਸੁਧਰਨਗੇ ਜਾਂ ਇਹਨਾਂ ਦੇ ਵਿੱਚ ਕੁਝ ਬਿਹਤਰੀ ਆਏਗੀ, ਪਰ ਗੱਲ ਉੱਥੇ ਦੀ ਉੱਥੇ ਹੀ ਰਹਿ ਜਾਂਦੀ ਆ। ਅੱਛਾ, ਹੁਣ ਇਹਦੇ ਵਿੱਚ ਫਿਰ ਗੱਲ ਆਉਂਦੀ ਹੈ ਜੀ ਇਕਨੋਮਿਕ ਅਤੇ ਸੋਸ਼ਲ ਪੋਲਿਸੀਜ਼ ਦੀ। ਉਹਨਾਂ ਦਾ ਇਸ ਸਾਰੇ ਗਵਰਨੈਂਸ ਮਾਡਲ ਦੇ ਵਿੱਚ ਹੋਣਾ ਇੰਨਾ ਲਾਜ਼ਮੀ ਕਿਉਂ ਹੈ? ਦੇਖੋ, ਸੈਂਟਰ ਸਟੇਜ ਦੇ ਉੱਤੇ ਜਦੋਂ ਵੀ ਅਸੀਂ ਆਰਥਿਕਤਾ ਦੀ ਗੱਲ ਕਰਦੇ ਹਾਂ, ਤਾਂ ਸੈਂਟਰ ਸਟੇਜ ਦੇ ਉੱਤੇ ਤੁਹਾਡੀਆਂ ਪੋਲਿਸੀਜ਼ ਆਰਥਿਕ ਅਤੇ ਜਿਹੜੀਆਂ ਸਮਾਜਿਕ ਹੀ ਹੁੰਦੀਆਂ ਨੇ ਜੀ। ਕਿਉਂਕਿ ਆਰਥਿਕ ਪੋਲਿਸੀ ਨੇ ਤੁਹਾਡੇ ਦੇਸ਼ ਨੂੰ ਜਾਂ ਤੁਹਾਡੀ ਸੁਸਾਇਟੀ ਨੂੰ ਅੱਗੇ ਲੈ ਕੇ ਜਾਣਾ ਜੀ। ਅਤੇ ਜੇ ਸੁਸਾਇਟੀ ਅੱਗੇ ਜਾਂਦੀ ਹੈ ਤਾਂ ਉਹਦੀਆਂ ਜਿਹੜੀਆਂ ਸਮਾਜਿਕ ਨੀਤੀਆਂ ਨੇ, ਕੀ ਸਮਾਜ ਨੂੰ ਉਹਦਾ ਫਾਇਦਾ ਹੋ ਰਿਹਾ ਕਿ ਨਹੀਂ ਹੋ ਰਿਹਾ ਹੈਗਾ? ਉਹਦੇ ਵਿੱਚ ਜਿਹੜੇ ਬੁਨਿਆਦੀ ਤੌਰ ਦੇ ਉੱਤੇ ਹੁੰਦਾ ਵੀ ਤੁਸੀਂ ਇੱਕ ਸਟਰਕਚਰ ਤੁਹਾਡਾ ਕੀ ਹੈ, ਉਹ ਸਟਰਕਚਰ ਕਿਸ ਤਰ੍ਹਾਂ ਉਹ ਦੋਨਾਂ ਚੀਜ਼ਾਂ ਨੂੰ ਪੂਰੀਆਂ ਕਰਦਾ ਜੀ। ਵੀ ਤੁਹਾਡੀ ਆਰਥਿਕ ਤਰੱਕੀ ਵੀ ਹੋਵੇ ਅਤੇ ਤੁਹਾਡੀ ਜਿਹੜੀ ਸਮਾਜਿਕ ਲੋੜਾਂ ਜਿਹੜੀਆਂ ਉਹ ਵੀ ਲੋਕਾਂ ਦੀਆਂ ਪੂਰੀਆਂ ਹੋਣ। ਉਹਦੇ ਵਿੱਚ ਹੁਣ ਬੜੇ ਮਾਡਲ ਨੇ, ਇਸ ਵੇਲੇ ਬੜੀ ਚੇਂਜਸ ਆ ਰਹੀਆਂ ਨੇ ਜੀ। ਕਿਸੇ ਵੇਲੇ ਹੁੰਦਾ ਸੀਗਾ ਵੀ ਸੈਂਟਰਲਾਈਜ਼ਡ ਮਾਡਲ ਹੈ, ਸਾਰਾ ਕੁਝ ਸੈਂਟਰਲਾਈਜ਼ ਕਰ ਲਓ ਜੀ। ਹੁਣ ਡੀਸੈਂਟਰਲਾਈਜ਼ ਹੋ ਰਿਹਾ। ਕਿਸੇ ਵੇਲੇ ਕਿਹਾ ਜਾਂਦਾ ਸੀਗਾ ਵੀ ਸੈਂਟਰਲਾਈਜੇਸ਼ਨ ਬਿਨਾਂ ਜਿਹੜੀ ਮੈਨੇਜਮੈਂਟ ਹੀ ਨਹੀਂ ਹੋਣੀਗੀ। ਰਾਈਟ। ਹੁਣ ਡੀਸੈਂਟਰਲਾਈਜੇਸ਼ਨ ਇੰਨਾ ਹੋ ਗਿਆ ਵੀ ਯੂਰਪੀਅਨ ਯੂਨੀਅਨ ਦੇ ਤਾਂ 28-29 ਕੰਟਰੀ ਇਕੱਠੇ ਹੋ ਗਏ, ਇੱਕ ਉਹਨਾਂ ਨੇ ਆਪਣਾ ਇਕਨੋਮਿਕ ਜ਼ੋਨ ਬਣਾ ਲਈ ਹੈ ਜੀ, ਅਤੇ ਉੱਥੇ ਸਾਰਾ ਮੈਨੇਜ ਹੋ ਰਿਹਾ ਹੈਗਾ। ਦੇਖੋ, ਉਹਨਾਂ ਦਾ ਯੂਰੋ ਇੱਕ ਸਭ ਤੋਂ ਬੁਨਿਆਦੀ ਕਰੰਸੀ ਹੈ ਨਾ ਜੀ। ਕਰੰਸੀ ਇੱਕ ਬਣਾ ਲਈ ਉਹਨਾਂ ਨੇ, ਇੰਨੇ ਦੇਸ਼ਾਂ ਨੇ ਜੀ, ਅਤੇ ਉਸ ਕਰੰਸੀ ਨਾਲ ਉਹ 17-18 ਦੇਸ਼ ਹੈ ਜਿਹੜੇ ਆਪਣਾ ਸਾਰਾ ਕੁਛ ਮੈਨੇਜ ਕਰ ਰਿਹਾ। ਇੱਕ ਸੈਂਟਰਲ ਬੈਂਕ ਬਣਾ ਲਿਆ ਉਹਨਾਂ ਨੇ ਆਪਣਾ, ਉਹਦੇ ਨਾਲ ਮੈਨੇਜ ਕਰ ਰਿਹਾ। ਸੋ ਇਹ ਜਿਹੜੀ ਇਸ ਇਲੈਕਸ਼ਨ ਆ, ਇਹਦੇ 'ਚ ਇੱਕ ਤਾਂ ਹੁੰਦੀ ਹੈ ਵਿਜੇ ਲੋਕਾਂ ਦੀ ਸੜਕ ਦੇ ਉੱਤੇ ਨਾਅਰੇ ਮਾਰਨਾ, ਗੱਲਾਂ ਕਰਨੀਆਂ, ਇੱਕ ਹੁੰਦੀ ਹੈ ਅੰਡਰ ਕਰੰਟ, ਲੋਕ ਸੋਚ ਕੀ ਰਹੇ ਨੇ ਜੀ। ਮੈਨੂੰ ਲੱਗਦਾ ਵੀ ਜੇ ਥੋੜ੍ਹੀ ਜਿਹੀ ਡੂੰਘਾਈ ਦੇ ਵਿੱਚ ਜਾਈਏ ਤਾਂ ਹੁਣ ਜਿਹੜੀ ਮੈਨੂੰ ਆ ਰਿਹਾ, ਮੇਰੇ ਸਾਹਮਣੇ ਆ ਰਿਹਾ ਹੈਗਾ ਵੀ ਇਹ ਜਿਹੜਾ ਪੋਲਿਸੀ ਦੀ ਡਿਵੀਜ਼ਨ ਹੈ ਸੈਂਟਰ ਅਤੇ ਸਟੇਟਾਂ ਦੇ ਵਿੱਚ, ਇਹਦੇ ਉੱਪਰ ਲੋਕਾਂ ਦੀ ਜਿਹੜੀ ਲੁਕਵੀਂ ਮੈਨੂੰ ਲੱਗ ਰਹੀ ਹੈ, ਜਿਹੜੀ ਜਾਂ ਛੁਪੀ ਹੋਈ ਜਿਹੜੀ ਲੋਕਾਂ ਦੀ ਖਾਸ਼ ਹੈ, ਇਸ ਉੱਪਰ ਫੋਕਸ ਹੋ ਰਹੀ ਹੈ ਜੀ। ਅੱਛਾ, ਹੁਣ ਦੇਖੋ, ਜਿਹੜੇ 5 ਸਟੇਟਸ ਦੇ ਵਿੱਚ ਨਤੀਜੇ ਆਏ, 5 ਚੋਂ 3 ਸਟੇਟਸ 'ਚ ਉਹ ਪਾਰਟੀਆਂ ਜਿੱਤੀਆਂ ਜਿਨ੍ਹਾਂ ਦੀ ਜ਼ਿਆਦਾਤਰ, ਜੇ ਤੁਸੀਂ ਲਗਾਈਏ ਕਿ ਉਹਨਾਂ ਦੀ ਜਿਹੜੀ ਹੋਂਦ ਹੈ ਉਹ ਰੀਜਨਲ ਪੱਧਰ ਤੇ ਹੀ ਹੈ, ਭਾਵੇਂ ਉਹ ਤ੍ਰਿਣਮੂਲ ਕਾਂਗਰਸ ਹੈ, ਭਾਵੇਂ ਉਹ ਫਰੈਕਸ਼ਨ ਕਾਂਗਰਸ ਦੀ ਸਪਲਿਟ ਹੋ ਕੇ ਬਣੀ ਹੋਈ, ਉਹ ਉੱਧਰ ਤਮਿਲਨਾਡੂ ਦੇ ਵਿੱਚ DMK, ਅਤੇ ਇੱਧਰ ਕੇਰਲਾ ਦੇ ਵਿੱਚ ਜਿਹੜਾ ਲੈਫਟ ਵਿੰਗ ਵਾਲੇ ਜਿੱਤੇ ਨੇ।
ਹੁਣ ਇਹ ਜਿਹੜੀ ਰੀਜਨਲਿਜ਼ਮ ਜਾਂ ਰੀਜਨਲ ਗੱਲਾਂ ਕਰਨ ਵਾਲੀਆਂ ਪਾਰਟੀਆਂ ਨੂੰ ਤਰਜੀਹ ਦਿੱਤੀ ਗਈ ਵੋਟਰਾਂ ਵੱਲੋਂ ਇਹਨਾਂ ਪ੍ਰਮੁੱਖ ਸੂਬਿਆਂ ਦੇ ਵਿੱਚ ਕਿ ਬਾਕੀ ਦੋਵੇਂ ਪਾਸੇ ਬੀਜੇਪੀ ਜਿੱਤੀ ਆ, ਆਪਣਾ ਪੁੰਡਚੇਰੀ ਤੇ ਛੋਟੇ ਰਾਜ ਜਿਹੜੇ ਛੋਟੇ ਰਾਜ ਨੇ। ਹਾਂਜੀ। ਸੋ ਉੱਥੇ ਅਸਾਮ ਦੇ ਵਿੱਚ ਉੱਥੇ ਬੀਜੇਪੀ ਜਿੱਤੀ ਆ। ਪਰ ਜਿੱਥੇ ਮੇਨ ਜਿਹੜੇ ਵੱਡੀਆਂ ਸਟੇਟਸ ਨੇ, ਜਿੱਥੋਂ ਕਈ ਵਾਰੀ ਜਿਹੜਾ ਮੇਨ ਪੋਲੀਟੀਕਲ ਨੈਰੇਟਿਵ ਆ ਉਹ ਬਿਲਡ ਹੋਣਾ ਸ਼ੁਰੂ ਹੁੰਦਾ, ਉੱਥੇ ਜਿਹੜੀਆਂ ਰੀਜਨਲ ਪਾਰਟੀਆਂ ਨੂੰ ਦਿੱਤੀ ਜਾਣ ਵਾਲੀ ਤਰਜੀਹ ਆ, ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਇੱਕ ਤਰ੍ਹਾਂ ਦਾ ਸੰਕੇਤ ਹੈ ਕਿ ਜਿਹੜੇ ਖੇਤਰੀ ਚੋਣਾਂ ਦੇ ਵਿੱਚ ਲੋਕ ਚਾਹੁੰਦੇ ਨੇ ਜਿਹੜੀ ਖੇਤਰੀ ਪਾਰਟੀਆਂ ਨੇ ਉਹ ਅੱਗੇ ਆਉਣ ਤਾਂ ਕਿ ਉਹ ਉਹਨਾਂ ਦੀਆਂ ਗੱਲਾਂ ਅੱਗੇ ਲਿਜਾ ਸਕਣ? ਦੇਖੋ, ਬਿਲਕੁਲ। ਜੇ ਤੁਸੀਂ ਹੁਣ ਦੇਖੋ, ਨਰੋਲ ਤੱਕ ਬੀਜੇਪੀ ਵੀ ਸਾਰੇ ਇੰਡੀਆ ਦੇ ਵਿੱਚ 6 ਜਾਂ 7 ਸਟੇਟਾਂ ਦੇ ਵਿੱਚ ਰਾਜ ਕਰ ਰਹੀ ਹੈ। ਬਾਕੀ ਸਾਰੇ ਉਹਨਾਂ ਦੀ ਅਲਾਇੰਸ ਨੇ ਜੀ। ਇਸੇ ਤਰ੍ਹਾਂ ਕਾਂਗਰਸ ਹੈ ਜਿਹੜੀ 3 ਸਟੇਟਾਂ ਦੇ ਵਿੱਚ ਰਾਜ ਕਰ ਰਹੀ ਹੈ। ਦੇਖੋ, 2 ਨੈਸ਼ਨਲ ਵੱਡੀਆਂ ਪਾਰਟੀਆਂ ਜਿਹੜੀਆਂ ਸਾਡੀਆਂ ਹੈ, ਹਿਸਟੋਰੀਕਲੀ ਕਾਂਗਰਸ ਸੀ ਤੇ ਹੁਣ ਬੀਜੇਪੀ ਆਈ ਹੋਈ ਹੈ। ਹੁਣ ਇਸ ਵੇਲੇ ਜੇ ਤੁਸੀਂ ਦੇਖੋ ਤਾਂ 822 ਅਸੈਂਬਲੀ ਸੀਟਾਂ ਸੀ ਟੋਟਲ ਇਹਨਾਂ 5 ਚੋਣਾਂ ਦੇ ਵਿੱਚ। ਠੀਕ ਹੈ ਜੀ। ਜੇ ਨਰੋਲ ਦੇਖੀਏ ਤਾਂ 147 ਸੀਟਾਂ ਬੀਜੇਪੀ ਨੂੰ ਆਈਆਂ ਤੇ ਸਿਰਫ 70 ਸੀਟਾਂ ਜਿਹੜੀਆਂ ਆਈਆਂ ਹੈਗੀਆਂ ਕਾਂਗਰਸ ਨੂੰ ਆਈਆਂ, 2 ਨੈਸ਼ਨਲ ਪਾਰਟੀਜ਼ ਨੂੰ। ਆਪਾਂ ਇਹ ਨਹੀਂ ਕਹਿੰਦੇ ਕੌਣ ਜਿੱਤਿਆ ਕੌਣ ਹਾਰਿਆ, ਇਰਰਿਸਪੈਕਟਿਵ ਆਫ ਦੈਟ। ਜੀ। 217 ਸੀਟਾਂ 2 ਵੱਡੀਆਂ ਪਾਰਟੀਆਂ ਕੋਲ ਹੈ ਜੀ, ਤੇ 605 ਸੀਟਾਂ ਜਿਹੜੀਆਂ ਉਹ ਰੀਜਨਲ ਪਾਰਟੀਆਂ ਕੋਲ ਨੇ। ਇਸ ਤੋਂ ਵੱਡਾ ਤੁਸੀਂ ਇੰਡੀਕੇਟਰ ਕੀ ਹੋਊਗਾ ਵੀ ਲੋਕ ਹੈ ਜਿਹੜੇ ਅੰਡਰ ਕਰੰਟ ਹੈ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਆ ਰਿਹਾ ਹੈਗਾ, ਉਹ ਇਹ ਆ ਰਿਹਾ ਹੈਗਾ ਵੀ ਟਰੂ ਫੈਡਰਲਿਜ਼ਮ ਹੈ ਜਿਹੜਾ ਉਹ ਹੋਣਾ ਚਾਹੀਦਾ ਹੈਗਾ। ਜਿਹੜੇ ਆਰਥਿਕ ਜਿਹੜੇ ਅਧਿਕਾਰ ਨੇ ਸੂਬਿਆਂ ਵੱਲ, ਜਿਸ ਤਰ੍ਹਾਂ ਇੱਥੇ ਹੈ ਦੇਖੋ ਸਟੇਟਾਂ ਕੋਲ ਕਿੰਨੀਆਂ ਪਾਵਰਸ ਨੇ, ਅਮਰੀਕਾ ਦੇ ਵਿੱਚ ਕਿੰਨੀਆਂ ਪਾਵਰਸ ਨੇ। ਸੋ ਜਿਹੜਾ ਸੈਂਟਰਲਾਈਜ਼ਡ ਸਿਸਟਮ ਹੈ ਸਾਡਾ, ਉਹ ਐਂ ਲੱਗ ਰਿਹਾ ਹੈਗਾ ਵੀ ਸ਼ਾਇਦ ਉਹ ਜਿਹੜੀਆਂ ਸੋਸ਼ਲ ਸਰਵਿਸਿਜ਼ ਸਪੈਸ਼ਲੀ ਜੀ, ਐਜੂਕੇਸ਼ਨ, ਹੈਲਥ, ਤੁਹਾਡਾ ਰੈਜ਼ੀਡੈਂਸ ਅਤੇ ਤੁਹਾਡੀਆਂ ਹੋਰ ਰੋਜ਼ਮਰਾ ਦੀਆਂ ਜ਼ਿੰਦਗੀਆਂ ਜਿੰਨੀਆਂ ਲੋੜਾਂ ਹੈ, ਉਹ ਇੱਕ ਵਨ ਸਾਈਜ਼ ਫਿਟਸ ਆਲ ਜਿਹੜਾ ਹੈਗਾ ਸੈਂਟਰ ਤੋਂ ਹੋ ਰਿਹਾ, ਉਹ ਨਹੀਂ ਪੂਰਾ ਹੋਣਾ ਗਾ। ਅੱਛਾ ਡਾਕਟਰ ਸਾਹਿਬ, ਇਹ ਕਈ ਵਾਰ ਇੱਦਾਂ ਨਹੀਂ ਗੱਲ ਲੱਗਦੀ ਕਿ ਜਦੋਂ ਜਿਹੜਾ ਸੈਂਟਰਲਾਈਜ਼ਡ ਸਿਸਟਮ ਹੈ ਉਹਦੇ ਵਿੱਚ ਜਿਹੜੀ ਪਾਰਟੀ ਸੈਂਟਰ ਦੇ ਵਿੱਚ ਰਾਜ ਕਰ ਰਹੀ ਆ ਜਾਂ ਇਲੈਕਸ਼ਨ ਲੜ ਰਹੀ ਹੈ ਜਾਂ ਓਪੋਜੀਸ਼ਨ 'ਚ ਜਿੱਥੇ ਵੀ ਹੈ, ਜਦੋਂ ਉਹਦੇ ਆਪਣੇ ਇਲੈਕਸ਼ਨ ਹੋਣੇ ਨੇ ਉਸ ਪਰਟੀਕੂਲਰ ਸੀਟ ਵਾਸਤੇ, ਉਦੋਂ ਤਾਂ ਉਹਦਾ ਜ਼ੋਰ ਲੱਗਾ ਹੀ ਹੁੰਦਾ, ਉਦੋਂ ਤਾਂ ਪੋਲੀਟਿਕਸ ਪੂਰੀ ਭਖੀ ਹੁੰਦੀ ਆ। ਜਦੋਂ ਸਟੇਟਸ ਲੈਵਲ 'ਤੇ ਵੀ ਇਲੈਕਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ, ਉਦੋਂ ਵੀ ਉਹੀ ਪਾਰਟੀ ਦੇ ਉਹੀ ਜਿਹੜੇ ਨੁਮਾਇੰਦੇ ਨੇ, ਲੀਡਰਸ ਨੇ, ਉਹ ਉਸ ਸਟੇਟ ਦੀ ਭਖੀ ਹੋਈ ਪੋਲੀਟਿਕਸ ਦੇ ਵਿੱਚ ਵੀ ਉਹਨਾਂ ਨੂੰ ਕੁੱਦਣਾ ਪੈ ਜਾਂਦਾ, ਕਿਉਂਕਿ ਸਟਰਕਚਰ ਉਹ ਤੋਂ ਇਲਾਵਾ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦਾ। ਔਰ ਇਨ ਕੰਪੈਰੀਜ਼ਨ ਜੇ ਆਪਾਂ ਇੱਥੇ ਵੇਖੀਏ ਕਿ ਜੇ ਸੇਮ ਨਾਮ ਵਾਲੀ ਪਾਰਟੀ NDP ਜੇ ਹੈਗੀ ਹੈ ਜਾਂ ਲਿਬਰਲ ਹੈਗੀ ਆ, ਉਹਨਾਂ ਨੇ ਜਦੋਂ ਫੈਡਰਲ ਇਲੈਕਸ਼ਨ ਹੋਣਾ ਉਹਨਾਂ ਨੇ ਉੱਥੇ ਆਪਣਾ ਜ਼ੋਰ ਲਾਉਣਾ, ਜਦੋਂ ਪ੍ਰੋਵਿੰਸ਼ੀਅਲੀ ਇਲੈਕਸ਼ਨ ਹੋਣੇ ਨੇ ਉਹਨਾਂ ਦੀ ਦਖਲਅੰਦਾਜ਼ੀ ਬਹੁਤ ਘੱਟ ਹੁੰਦੀ ਹੈ, ਸਿਰਫ ਮਾੜੀ ਮੋਟੀ ਐਂਡੋਰਸਮੈਂਟ ਤੱਕ ਹੀ ਰਹਿ ਜਾਂਦੀ ਹੈ। ਇਹ ਵਿਜੇ ਪਹਿਲਾਂ ਇੰਡੀਆ 'ਚ ਵੀ ਘੱਟ ਹੁੰਦੀ ਸੀ। ਦੇਖੋ, ਪ੍ਰਾਈਮ ਮਿਨਿਸਟਰ ਹੁੰਦਾ ਸੀਗਾ ਪਾਰਟੀ ਦਾ ਕਿਸੇ ਦਾ, ਉਹਨੇ ਇੱਕ ਅੱਧੀ ਸਿੰਬੋਲਿਕ ਰੈਲੀ 'ਤੇ ਜਾਂਦਾ ਹੁੰਦਾ ਸੀ ਜੀ। ਹੁਣ ਇਹ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਵੀ ਜਿਸ ਤਰ੍ਹਾਂ ਹੈਗੀ ਨਾ ਪਾਵਰ ਨੂੰ ਖੋਹਣ ਦੀ ਕੋਸ਼ਿਸ਼ ਸਾਰੇ ਲੈਵਲ ਦੇ ਉੱਪਰ ਕਰਨੀ, ਇਹ ਬਹੁਤ ਵੱਡੀ ਗੱਲ ਹੈਗੀ ਇਸ ਵੇਲੇ। ਹੁਣ ਪ੍ਰੋਬਲਮ ਫਿਰ ਇਹਦੇ ਵਿੱਚ ਕੀ ਆਉਂਦੀ ਹੈਗੀ ਵੀ ਤੁਸੀਂ ਫਿਰ ਉਹਨਾਂ ਸਟੇਟਾਂ ਦੇ ਵਿੱਚ ਜਿੱਥੇ ਤੁਸੀਂ ਜਿੱਤਣਾ ਹੈ ਜਾਂ ਜਿੱਥੇ ਸੈਂਟਰ ਗੌਰਮੈਂਟ ਕੋਲੇ ਜਦੋਂ ਪਾਵਰਾਂ ਜ਼ਿਆਦਾ ਨੇ ਜੀ, ਤਾਂ ਉਹਨਾਂ ਸਟੇਟਾਂ ਦੇ ਵਿੱਚ ਤੁਸੀਂ ਫੇਵਰ ਵੀ ਕਰਨ ਲੱਗ ਜਾਂਦੇ ਹੋ। ਦੇਖੋ, ਜਿਵੇਂ ਪਿਛਲੇ ਵਾਰੀ ਸੀ ਬਿਹਾਰ ਦੇ ਵਿੱਚ ਇੱਕ ਬੜਾ ਵੱਡਾ ਪੈਕੇਜ ਦੇ ਦਿੱਤਾ ਗਿਆ ਸੀ ਜੀ, ਜਿਹਦੇ 'ਤੇ ਰੌਲਾ ਪਿਆ ਸੀਗਾ ਬਾਅਦ ਦੇ ਵਿੱਚ ਵੀ ਤੁਸੀਂ ਪੈਕੇਜ ਜਿਹੜਾ ਇਕੱਲੇ ਬਿਹਾਰ ਨੂੰ ਕਿਉਂ ਦਿੱਤਾ ਗਿਆ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤਾਂ ਆ ਰਹੀਆਂ ਨੇ ਕਿਉਂਕਿ ਸਾਡੇ ਸਟਰਕਚਰ ਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਫੈਡਰਲਿਜ਼ਮ ਦੀ ਮੈਂ ਗੱਲ ਕਰ ਰਿਹਾ, ਪੋਲੀਟੀਕਲ ਫੈਡਰਲਿਜ਼ਮ ਤਾਂ ਚਲੋ ਗੱਲਾਂ ਅੱਜ ਕੱਲ੍ਹ ਚੱਲਦੀਆਂ ਰਹਿੰਦੀਆਂ ਹੈਗੀਆਂ, ਆਪਣਾ ਉਹਦੇ ਨਾਲ ਕੋਈ ਸਰੋਕਾਰ ਨਹੀਂ। ਜਿਹੜਾ ਫਾਈਨੈਂਸ਼ੀਅਲ ਫੈਡਰਲਿਜ਼ਮ ਹੈ ਇਹ ਬਹੁਤ ਜ਼ਰੂਰੀ ਹੈ ਇਕਨੋਮਿਕ ਅਤੇ ਫਾਈਨੈਂਸ਼ੀਅਲ ਫੈਡਰਲਿਜ਼ਮ ਦੇ ਬਿਨਾਂ, ਕਿਉਂਕਿ ਸਾਰੀਆਂ ਸਟੇਟਾਂ ਦੀਆਂ ਵੱਖਰੀਆਂ ਲੋੜਾਂ ਨੇ। ਹੁਣ ਮੈਂ ਤੁਹਾਨੂੰ ਇੱਕ 2 ਐਗਜ਼ਾਮਪਲ ਦੇਵਾਂ। ਮਨਰੇਗਾ ਹੈ ਜਿਹੜੀ, ਹਾਂਜੀ, ਮਨਰੇਗਾ ਦੀ ਪੰਜਾਬ ਦੇ ਵਿੱਚ ਕੀ ਲੋੜ ਹੈ? ਮਨਰੇਗਾ ਤਾਂ ਪੰਜਾਬ ਦੇ ਵਿੱਚ ਤਾਂ ਲੇਬਰ ਦੀ ਪਹਿਲਾਂ ਹੀ ਘਾਟ ਹੈ ਜੀ, ਉੱਥੇ ਤਾਂ ਲੇਬਰ ਇੰਪਲੋਇਮੈਂਟ ਬਥੇਰੀ ਹੈ, ਤੁਸੀਂ ਬਾਹਰੋਂ ਲੋਕ ਆ ਕੇ ਕੰਮ ਕਰਦੇ ਨੇ। ਮਨਰੇਗਾ ਦਾ ਜਿਹੜਾ ਪੈਸਾ ਹੈ ਤੁਸੀਂ ਪੰਜਾਬ ਨੂੰ ਜਿਹੜੀ ਉਹਦੀ ਡੈਵੋਲੂਸ਼ਨ ਕਰਨੀ ਹੈ, ਹਾਂਜੀ, ਉਹ ਪੰਜਾਬ ਗੌਰਮੈਂਟ ਨੂੰ ਪੈਸਾ ਆ ਜਾਏ ਅਤੇ ਪੰਜਾਬ ਗੌਰਮੈਂਟ ਹੀ ਉਸ ਨੂੰ ਵਰਤਣ ਦੀ ਕੋਸ਼ਿਸ਼ ਕਰੇ, ਕਿਸੇ ਢੰਗ ਨਾਲ ਵਰਤੇ। ਚਲੋ ਅੱਗੇ ਇਸ਼ੂ ਨੇ ਪੰਜਾਬ ਗੌਰਮੈਂਟ ਦੇ ਜਿਹੜੇ ਪ੍ਰਾਇਰਟੀਜ਼ ਕੀ ਹੋ ਸਕਦੀਆਂ ਨੇ ਜੀ, ਵੀ ਉੱਥੇ ਗਵਰਨੈਂਸ ਕਿਵੇਂ ਹੋਣੀ ਹੈ ਜੀ। ਦੂਸਰੀ ਗੱਲ ਹੈ ਕਿ ਮਿਡ ਡੇ ਮੀਲ ਹੈ, ਹਾਂਜੀ, ਸਕੂਲਾਂ 'ਚ ਆ ਰਿਹਾ ਹੈਗਾ, ਖਰਚਾ ਹੋ ਰਿਹਾ ਉੱਤੇ, ਹਾਂਜੀ। ਪੰਜਾਬ ਦੇ ਵਿੱਚ ਮਿਡ ਡੇ ਮੀਲ ਦੀ ਕੋਈ ਲੋੜ ਨਹੀਂ, ਉਹਦੀ ਜਗ੍ਹਾ 'ਤੇ ਤੁਸੀਂ ਬੱਚਿਆਂ ਨੂੰ ਕਿਤਾਬਾਂ ਦੇ ਦਿਓ, ਤੁਸੀਂ ਕੁਛ ਹੋਰ ਦੇ ਦਿਓ, ਸਕੂਲ ਬਣਾ ਦਿਓ, ਕਿਉਂਕਿ ਪੰਜਾਬ ਦੇ ਵਿੱਚ ਜੇ ਫੂਡ ਦੀ ਤਾਂ ਸਮੱਸਿਆ ਹੀ ਹੈ ਨਹੀਂ ਗੀ ਜੀ। ਤੁਸੀਂ UP ਦੇ ਵਿੱਚ, ਬਿਹਾਰ ਦੇ ਵਿੱਚ, ਉੜੀਸਾ ਦੇ ਵਿੱਚ ਜਿੱਥੇ ਕਿਸੇ ਵੇਲੇ ਸੀ ਉੱਥੇ ਤਾਂ ਲੋੜ ਹੈ ਜੀ। ਸੋ ਇਸ ਤਰ੍ਹਾਂ ਜਦੋਂ ਵਨ ਸਾਈਜ਼ ਫਿਟ ਆਲ ਕਰਦੇ ਹਾਂ ਅਸੀਂ ਵੀ ਇੱਕੋ ਹੀ ਪਾਲਿਸੀ ਯੂਨੀਫਾਰਮਲੀ ਲਾਗੂ ਹੋਣੀ ਹੈ, ਤਾਂ ਉਹਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਸਮੱਸਿਆਵਾਂ ਬਹੁਤ ਆਉਂਦੀਆਂ। ਹੁਣ ਫਿਰ ਇੱਕ ਇੱਥੋਂ ਤੱਕ ਹੋ ਚੁੱਕਿਆ ਵੀ 3 ਲੈਵਲ ਗਵਰਨਮੈਂਟ ਹੈ ਸਾਡੇ ਕੋਲ, ਫੈਡਰਲ ਅਤੇ ਪ੍ਰੋਵਿੰਸ਼ੀਅਲ ਅਤੇ ਆਪਣਾ ਮਿਊਨਿਸਪਲ ਲੈਵਲ। ਹੁਣ ਇੱਕ ਪੁਲੀ ਦਾ ਵੀ ਉਦਘਾਟਨ ਕਰਨਾ ਹੈਗਾ, ਉਹਦੇ 'ਤੇ ਲਿਖਿਆ ਹੁੰਦਾ ਹੈਗਾ ਵੀ ਪ੍ਰਧਾਨ ਮੰਤਰੀ ਦੀ ਯੋਗ ਅਗਵਾਈ 'ਚ ਅਤੇ ਡਾਇਨਾਮਿਕ ਲੀਡਰਸ਼ਿਪ ਚੀਫ ਮਿਨਿਸਟਰ ਦੀ। ਹੁਣ ਉਹ ਇੱਕੋ ਪਿੰਡ ਲੈਵਲ ਦਾ ਕੰਮ ਹੈ, ਤੁਸੀਂ
ਉਹਨੂੰ ਵਿਲੇਜ ਲੈਵਲ ਦੇ ਉੱਤੇ ਦੇ ਦਿਓ, ਮਿਊਨਿਸਪੈਲਿਟੀ ਲੈਵਲ 'ਤੇ ਦਿੱਤਾ ਜਾਵੇ। 73rd ਅਤੇ 74th ਅਮੈਂਡਮੈਂਟ ਹੈ ਜਿਹੜੀ ਹੋਈ ਵੀ, ਉਹਨੂੰ ਟ੍ਰਿਊਲੀ ਲਾਗੂ ਕੀਤਾ ਜਾਵੇ ਜੀ। ਤਾਂ ਮੇਰਾ ਖਿਆਲ ਦੇ ਵਿੱਚ ਇਹ ਜਿਸ ਤਰ੍ਹਾਂ ਦਾ ਆਪਾਂ ਸਮੱਸਿਆਵਾਂ ਨੂੰ ਅਪਰੋਚ ਕਰਨ ਦਾ ਤਰੀਕਾ ਜਿਹੜਾ ਜੀ ਉਹ ਬਦਲ ਜਾਣਾ ਹੈਗਾ। ਅਤੇ ਉਹ ਜੇ ਬਦਲਿਆ ਨਹੀਂ ਜਾਂਦਾ ਤਾਂ ਸੈਂਟਰਲਾਈਜ਼ਡ ਸਿਸਟਮ ਹੈ ਜਿਹੜਾ, ਮੈਨੂੰ ਨਹੀਂ ਲੱਗਦਾ ਗਾ ਇਸ ਤਰ੍ਹਾਂ ਦਾ ਫਾਈਨੈਂਸ਼ੀਅਲ ਸੈਂਟਰਲਿਜ਼ਮ ਹੈ ਜਿਹੜਾ ਉਹ ਕਿਸੇ ਵੇਲੇ ਵੀ ਬਹੁਤੀ ਵੱਡੇ ਲੈਵਲ ਦੇ ਉੱਤੇ ਹੈਲਪ ਕਰੂਗਾ। ਸੋ ਡਾਕਟਰ ਸਾਹਿਬ, ਹੁਣ ਜੇ ਦੇਖੀਏ ਕਿ ਇਹਨਾਂ ਸਾਰੇ 5 ਸਟੇਟਸ ਦੇ ਵਿੱਚੋਂ ਸਪੈਸ਼ਲੀ 3 ਵੱਡੀਆਂ ਸਟੇਟਸ ਜੋ ਨਤੀਜੇ ਆਏ, ਜਿਹੜੀਆਂ ਰੀਜਨਲ ਤੌਰ 'ਤੇ ਡੋਮੀਨੈਂਟ ਪਾਰਟੀਜ਼ ਨੇ, ਉਹਨਾਂ ਦੇ ਵਿੱਚ ਲੋਕਾਂ ਨੇ ਆਪਣਾ ਵਿਸ਼ਵਾਸ ਜਤਾਇਆ ਹੈ। ਹੁਣ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਓਵਰਆਲ ਸੰਕੇਤ ਕੀ ਦਿੰਦਾ? ਓਵਰਆਲ ਇਹਦਾ ਜਿਹੜਾ ਫਿਸਕਲ ਫੈਡਰਲਿਜ਼ਮ ਦੀ ਜੇ ਆਪਾਂ ਗੱਲ ਕਰਦੇ ਹਾਂ, ਜਾਂ ਉਸ ਫਾਈਨੈਂਸ਼ੀਅਲ ਇੰਡੀਪੈਂਡੈਂਸ ਦੀ ਜੇ ਸਟੇਟਸ ਦੀ ਗੱਲ ਹੈ, ਇਹ ਕਿੱਧਰ ਨੂੰ ਸੰਕੇਤ ਆ ਰਿਹਾ ਜੀ? ਦੇਖੋ ਵਿਜੇ, ਜਿਹੜਾ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਕਿਸੇ ਦੇਸ਼ ਦੇ ਵਿੱਚ ਜਾਂ ਉਹਦੀਆਂ ਸਟੇਟਸ ਨੇ, ਉਹਨਾਂ ਦੀ ਜਦੋਂ ਆਪਾਂ ਇੰਡੀਪੈਂਡੈਂਸ ਦੀ ਗੱਲ ਕਰਦੇ ਹਾਂ, ਉਹ ਇਹ ਨਹੀਂ ਹੁੰਦਾ ਵੀ ਕੰਪਲੀਟ ਇੰਡੀਪੈਂਡੈਂਸ ਹੈਗੀ ਉਹ ਉਹਨਾਂ ਨੂੰ ਦਿੱਤੀ ਜਾਣੀ ਹੈਗੀ। ਦੇਖੋ ਦੋਨੇ ਫੈਡਰਲ ਸਟਰਕਚਰ ਹੈ ਇੱਕ, ਅਤੇ ਨਾਲ ਪ੍ਰੋਵਿੰਸਸ ਨੇ ਜਾਂ ਸਟੇਟਸ ਨੇ, ਉਹ ਰਲ ਕੇ ਚੱਲਦੀਆਂ ਨੇ ਜੀ, ਠੀਕ ਹੈ। ਉਹਦੇ ਵਿੱਚ ਕੀ ਹੈ, ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਅਧਿਕਾਰ ਨੇ ਉਹਨਾਂ ਦੀ ਸੈਪਰੇਸ਼ਨ ਕੀਤੀ ਜਾਂਦੀ ਹੈ ਵੀ ਕਿੰਨੇ ਅਧਿਕਾਰ ਆ ਜਿਹੜੇ ਉਹਨਾਂ ਕੋਲ ਜਾਣੇ ਆ, ਕਿਹੜੇ ਕਿਹੜੇ ਮਹਿਕਮੇ ਆ ਜਿੱਥੇ ਉਹਨਾਂ ਦੀ ਪਾਲਿਸੀ ਇੰਪਲੀਮੈਂਟ ਹੋਣੀ ਹੈ। ਤਾਂ ਉਹ ਇੱਕ ਡਿਵੀਜ਼ਨ ਕੀਤੀ ਜਾਂਦੀ ਹੈ ਪਾਵਰਾਂ ਦੀ ਵੀ ਜੀ, ਫਾਈਨੈਂਸ਼ੀਅਲ ਪਾਵਰਾਂ ਦੀ ਵੀ ਕੀਤੀ ਜਾਂਦੀ ਹੈ ਅਤੇ ਐਡਮਿਨਿਸਟ੍ਰੇਟਿਵ ਪਾਵਰਸ ਦੀ ਵੀ ਕੀਤੀ ਜਾਂਦੀ ਹੈਗੀ। ਅਤੇ ਉਹਦੇ ਨਾਲ ਕੀ ਹੈ, ਜਿਹੜੀ ਕੰਸਟੀਟਿਊਸ਼ਨਲ ਪਾਵਰਸ ਦੀ ਵੀ ਕੀਤੀ ਜਾਂਦੀ ਹੈ ਵੀ ਕਿੱਥੇ ਉਹਨਾਂ ਨੇ। ਦੇਖੋ ਹੁਣ ਇੰਡੀਆ ਦੇ ਵਿੱਚ ਕੀ ਹੈ ਰੌਲਾ ਪੈ ਰਿਹਾ, ਫਿਰ ਮੈਂ ਉੱਥੇ ਉਦਾਹਰਨ 'ਤੇ ਆ ਜਾਂਦਾ ਹੈਗਾ ਵੀ ਸੈਂਟਰਲ ਗੌਰਮੈਂਟ ਨੂੰ ਤਾਂ 150 ਰੁਪਏ ਮਿਲ ਰਹੀ ਹੈ ਵੈਕਸੀਨ, ਸਟੇਟਾਂ ਨੂੰ 400 ਰੁਪਏ। ਸਰਟਨਲੀ ਯੈਸ। ਤੁਸੀਂ ਹੁਣ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਡਿਸੀਜਨ ਹੈ ਜਿਹੜਾ, ਇਹ ਕਿਸੇ 'ਤੇ ਹਾਜ਼ਮ ਹੋ ਜਾਊਗਾ ਇਹ ਵੀ ਕਿਉਂ ਕਿਸ ਤਰ੍ਹਾਂ ਲਿਆ ਜਾਂਦਾ ਹੈ ਜੀ? ਕਿਸਾਨ ਕਹਿ ਰਹੇ ਨੇ ਮੋਰਚਿਆਂ 'ਤੇ ਬੈਠੇ ਵੀ ਜਿਹੜਾ ਇਹ ਡਿਸੀਜਨ ਸੀਗਾ ਫੈਡਰਲ ਗੌਰਮੈਂਟ ਲੈ ਨਹੀਂ ਸਕਦੀ ਸੀ, ਜਿਹੜਾ ਲੈ ਲਿਆ, ਜਿਹਦੇ ਸੁਪਰੀਮ ਕੋਰਟ 'ਚ ਪਤਾ ਨਹੀਂ ਕਿੰਨਾ ਚਿਰ ਕੇਸ ਚੱਲਣਾ ਹੈਗਾ। ਸੋ ਜੇ ਇਸ ਤਰ੍ਹਾਂ ਦੀਆਂ ਲਗਾਤਾਰ ਜਿਹੜੀਆਂ ਸਟੇਟ 'ਤੇ ਕਨਫਲਿਕਟ ਆਉਂਦੇ ਰਹਿੰਦੇ ਨੇ, ਤਾਂ ਉਹਦੇ ਨਾਲੋਂ ਬਿਹਤਰ ਇਹ ਹੈ ਵੀ ਇਹ ਸਾਰੇ ਚੀਜ਼ਾਂ ਨੂੰ ਇੱਕ ਵਾਰੀ ਰਿਵਿਊ ਕਰਕੇ, ਅਤੇ ਦੁਨੀਆ ਦੇ ਵਿੱਚ ਬੜੇ ਅੱਛੇ ਐਕਸਪੀਰੀਅੰਸ ਨੇ ਜਿਹੜੇ ਫਿਸਕਲ ਫੈਡਰਲਿਜ਼ਮ ਦੇ ਅਤੇ ਜਾਂ ਐਡਮਿਨਿਸਟ੍ਰੇਟਿਵ ਫੈਡਰਲਿਜ਼ਮ ਦੇ ਹੈਗੇ ਨੇ। ਉਹਦੇ 'ਚ ਜ਼ਰੂਰੀ ਨਹੀਂ, ਕਈ ਵਾਰੀ ਕੀ ਹੈ ਇੰਡੀਆ ਦੇ ਵਿੱਚ ਆਪਣਾ ਹੁੰਦਾ, ਆਪਾਂ ਬਹੁਤ ਜਾਂ ਤਾਂ ਅੱਗੇ ਟੱਪ ਜਾਂਦੇ ਹਾਂ ਜੀ ਵੀ ਪਤਾ ਨਹੀਂ ਵੱਖਰੀ ਗੱਲ ਹੋ ਰਹੀ ਹੈ। ਕੋਈ ਵੱਖਰੀ ਗੱਲ ਨਹੀਂ ਗੀ ਦੁਨੀਆ ਦੇ ਵਿੱਚ ਇਸ ਵੇਲੇ। ਜਿਹੜੇ ਵੱਖਰੇ ਕਿਸਮ ਵਾਲੀਆਂ ਚੀਜ਼ਾਂ ਹੈਗੀਆਂ, ਦੇਖੋ ਕੈਟਾਲੋਨੀਆ ਦੇ ਵਿੱਚ ਸਭ ਤੋਂ ਵੱਡਾ ਰੈਫਰੈਂਡਮ ਹੋਇਆ ਸੀ, 92% ਵੋਟਾਂ ਦੇ ਉੱਤੇ ਸਪੇਨ ਦੇ ਵਿੱਚ ਸਟੇਟ ਵੱਖਰੀ ਹੋਣਾ ਚਾਹੁੰਦੀ ਸੀ ਜੀ ਜੀ ਜੀ, ਉਹ ਵੀ ਨਹੀਂ ਸਿਰੇ ਚੜ੍ਹਿਆ ਗਾ ਜੀ। ਅਤੇ ਜਿਹੜੇ ਕੰਟਰੀ ਵੱਖਰੇ ਹੋ ਗਏ ਆ ਉਹਨਾਂ ਦਾ ਵੀ ਕੋਈ ਬਹੁਤੀ ਵਧੀਆ ਨਹੀਂ। ਰਸ਼ੀਆ ਦਾ ਦੇਖ ਲਓ ਤੁਸੀਂ ਕੀ ਹਾਲ ਸੀਗਾ। ਸੋ ਉਹ ਚੀਜ਼ਾਂ ਇੱਕ ਪਾਸੇ ਦੀਆਂ ਗੱਲਾਂ ਨੇ ਜੀ। ਇਹਦੇ ਨਾਲ ਪਰ ਜਿਹੜਾ ਫੈਡਰਲਿਜ਼ਮ ਹੈਗਾ ਜਿਹੜਾ ਟਰੂ ਸੈਂਸ ਦੇ ਵਿੱਚ ਹੈ, ਜਿਹਦੇ ਵਿੱਚ ਸਿਟੀਜ਼ਨ ਸਰਵਿਸਿਜ਼ ਦੀਆਂ ਗੱਲਾਂ ਹੈ, ਉਹ ਤਾਂ ਘੱਟੋ ਘੱਟ ਕੀਤਾ ਜਾਵੇ ਨਾ। ਸਿਟੀਜ਼ਨ ਸਰਵਿਸਿਜ਼ ਹੈ ਜਿਹੜੀਆਂ, ਉਹ ਬਿਲਕੁਲ ਜਿਹੜੀਆਂ ਹੈਗੀਆਂ ਲੋਕਲ ਲੈਵਲ ਦੇ ਉੱਪਰ। ਔਰ ਉਹਦੇ ਨਾਲ ਇੱਕ ਵਿਜੇ ਹੋਰ ਸਭ ਤੋਂ ਵੱਡਾ ਕੀ ਹੋਣਾ, ਪੋਲੀਟੀਕਲ ਲੀਡਰਸ਼ਿਪ ਚੰਗੀ ਇਮਰਜ ਹੋਣੀ ਸ਼ੁਰੂ ਹੋ ਜਾਣੀ ਹੈ, ਕਿਉਂਕਿ ਲੋਕਲ ਪੱਧਰ 'ਤੇ ਗ੍ਰਾਸ ਰੂਟ ਲੈਵਲ ਦੀ ਲੀਡਰਸ਼ਿਪ ਆ ਜਾਏਗੀ ਜਿਹੜੀ ਕਿ ਉਸ ਥਾਂ ਦੇ ਇਸ਼ੂਜ਼ ਨੂੰ ਲੈ ਕੇ ਗੱਲ ਕਰੇਗੀ, ਨਾ ਕਿ ਸੈਂਟਰ ਤੋਂ ਕੁੰਡੀਆਂ ਘੁਮਾਈਆਂ ਜਾ ਰਹੀਆਂ। ਹੁਣ ਅਕਾਊਂਟੇਬਿਲਿਟੀ ਤਾਂ ਪਈ ਹੈਗੀ ਕਿਤੇ ਹੋਰ, ਬਹੁਤ ਵੱਡੇ ਲੈਵਲ 'ਤੇ ਪਈ ਹੈ ਅਕਾਊਂਟੇਬਿਲਿਟੀ। ਕੰਮ ਹੋਣਾ ਹੈਗਾ ਥੱਲੇ, ਕੋਈ ਅਕਾਊਂਟੇਬਲ ਨਹੀਂ ਗਾ। ਹਾਈ ਕਮਾਂਡ ਕਿਤੇ ਹੋਰ ਆ ਤੇ ਜਿਹਨੇ ਔਨ ਦਾ ਗਰਾਊਂਡ ਕੰਮ ਕਰਨਾ ਉਹ ਡਿਫਰੈਂਟ ਆ। ਤੇ ਕੰਮ ਨੂੰ ਯੂਜ਼ ਕਰਨਾ ਜਿਨ੍ਹਾਂ ਨੇ, ਦੈਟਸ ਟਰੂ। ਉਹ ਲੋਕ ਹੈ, ਉਹ ਕਿਸੇ ਕੋਲੇ ਕਿਹਦੇ ਕੋਲ ਜਾਣ ਇਹ ਵੀ ਪਤਾ ਲੱਗਦਾ। ਅੱਛਾ, ਪਰ ਡਾਕਟਰ ਸਾਹਿਬ ਵਿੱਚੋਂ ਗੱਲ ਇੱਕ ਇਹ ਆਉਂਦੀ ਹੈ ਵੀ ਜੇ ਆਪਾਂ ਸੋਸ਼ਲ ਅਟੋਨਮੀ ਦੀ ਜਾਂ ਫਾਈਨੈਂਸ਼ੀਅਲ ਅਟੋਨਮੀ ਦੀ ਗੱਲ ਕਰਦੇ ਹਾਂ ਸੂਬਿਆਂ ਵਾਸਤੇ, ਕੀ ਉਹ ਪੋਲੀਟੀਕਲ ਅਟੋਨਮੀ ਤੋਂ ਬਗੈਰ ਮੁਮਕਿਨ ਹੈ? ਨਹੀਂ, ਬਿਲਕੁਲ ਹੈ। ਬੜੇ ਦੇਖੋ ਪੋਲੀਟੀਕਲ ਅਟੋਨਮੀ ਜਿਹੜੀ ਹੈ ਅਮਰੀਕਾ ਦੇ ਵਿੱਚ ਵੀ ਭਾਵੇਂ ਕਿਹਾ ਜਾਂਦਾ ਹੈ ਕਿ ਉਸ ਤਰ੍ਹਾਂ ਨਹੀਂ ਹੁੰਦੀਗੀ। ਕਿੰਨੀਆਂ 50 ਸਟੇਟਾਂ ਨੇ। ਕੈਨੇਡਾ ਦੇ ਵਿੱਚ ਵੀ ਦੇਖੋ ਤੁਸੀਂ ਹੈ ਪੋਲੀਟੀਕਲ ਇਕੋਨਮੀ ਦੀ, ਭਾਵੇਂ ਖੋਲ੍ਹ ਲੈ ਕਿਊਬਿਕ ਦੇ ਵਿੱਚ ਜਿਹੜਾ ਆਪਣਾ ਰੈਫਰੈਂਡਮ ਵੀ ਹੋਇਆ ਹੈਗਾ। ਪਰ ਉਸ ਤੋਂ ਬਿਨਾਂ ਵੀ ਕੈਨੇਡਾ ਦੇ ਵਿੱਚ ਫਿਸਕਲ ਫੈਡਰਲਿਜ਼ਮ ਤਾਂ ਹੈ ਨਾ, ਬੜਾ ਡਿਮਾਰਕੇਟ ਕੀਤਾ ਹੋਇਆ ਹੈਗਾ। ਆਈ ਥਿੰਕ ਇਹ ਬਹੁਤ ਵਧੀਆ ਮਾਡਲ ਹੈ ਵੈਸੇ, ਐਂਡ ਬੀਇੰਗ ਇੰਟਰਸਟਿਡ ਇਨ ਪੋਲੀਟਿਕਸ ਆਫ ਇੰਡੀਆ ਐਂਡ ਲਿਵਿੰਗ ਇਨ ਕੈਨੇਡਾ, ਸਾਡੇ ਕੋਲ ਦੋਨੋਂ ਮਾਡਲਸ ਬੜੇ ਸਿੱਧੇ ਅਸੀਂ ਉਹਨਾਂ ਨੂੰ ਦੇਖਿਆ ਅਤੇ ਉਹਨਾਂ ਦਾ ਪ੍ਰੋਸ ਐਂਡ ਕੌਨਸ ਅਸੀਂ ਆਪ ਹੰਢਾ ਰਹੇ ਹਾਂ। ਨਹੀਂ ਦੇਖੋ, ਜੇ ਤੁਸੀਂ ਇੰਟਰਨੈਸ਼ਨਲ ਇਕਨੋਮਿਕਸ ਮੈਂ ਪੜ੍ਹਾਉਣਾ ਹੈਗਾ ਜੀ, ਇੰਟਰਨੈਸ਼ਨਲ ਇਕਨੋਮਿਕਸ ਪੜ੍ਹੋ ਤਾਂ ਬੜੇ ਦੇਸ਼ਾਂ ਦੇ ਐਕਸਪੀਰੀਅੰਸ ਨੇ ਜੀ, ਔਰ ਬੜੇ ਵਧੀਆ ਐਕਸਪੀਰੀਅੰਸ ਨੇ ਜਿਨ੍ਹਾਂ ਨੂੰ ਸਿੰਥੇਸਾਈਜ਼ ਕਰਕੇ ਤੁਸੀਂ ਆਪਣੇ ਜਿਹੜਾ ਤੁਹਾਡੇ ਲੋਕਲ ਲੈਵਲ ਦੇ ਉੱਤੇ ਜਿਹੜੀ ਚੀਜ਼ ਹੈ, ਦੇਖੋ ਇਹ ਵੀ ਨਹੀਂ ਅਸੀਂ ਵੀ ਬਿਲਕੁਲ ਬਾਰੋ ਕਰ ਲਈਏ ਅਤੇ ਐਗਜ਼ੈਕਟਲੀ ਤੁਹਾਨੂੰ ਉਸ ਨੂੰ ਮੋਡੀਫਾਈ ਕਰਨਾ ਪੈਣਾ ਆਪਣੀਆਂ ਕੰਡੀਸ਼ਨਸ ਦੇ ਮੁਤਾਬਕ, ਰਾਈਟ। ਅਤੇ ਪਰ ਮੇਰੇ ਖਿਆਲ ਦੇ ਵਿੱਚ ਜੇ ਡੀਸੈਂਟਰਲਾਈਜੇਸ਼ਨ ਦਾ ਪ੍ਰੋਸੈਸ ਹੈ ਟਰੂ ਸੈਂਸ ਦੇ ਵਿੱਚ ਇੰਡੀਆ ਦੇ ਵਿੱਚ, ਜਿਹੜਾ ਖਾਸ ਕਰਕੇ ਫਿਸਕਲ ਅਤੇ ਜਿਹੜਾ ਸੋਸ਼ਲ ਪਾਲਿਸੀ ਇੰਪਲੀਮੈਂਟੇਸ਼ਨ ਦਾ ਹੈਗਾ, ਇਹ ਕੀਤਾ ਜਾਵੇ। ਔਰ ਇੰਡੀਕੇਸ਼ਨ ਬਹੁਤ ਵੱਡਾ ਇਹਦੇ 'ਚੋਂ ਦੇਖੋ 605 ਸੀਟਾਂ 822 ਦੇ ਵਿੱਚੋਂ ਰੀਜਨਲ ਪਾਰਟੀਜ਼ ਨੂੰ ਜਾਣਾ, ਉਹ ਦੇਖੋ ਅਚੇਤ ਰੂਪ ਦੇ ਵਿੱਚ ਵੀ ਵੋਟਰ ਕਰ ਰਿਹਾ ਹੈ। ਬਿਲਕੁਲ ਸਹੀ ਗੱਲ। ਵੋਟਰ ਭਾਵੇਂ ਕੌਨਸ਼ੀਅਸ ਨਾ ਹੋਵੇ ਇਸ ਲਈ, ਪਰ ਉਹਨੂੰ ਲੱਗ ਰਿਹਾ ਹੈ ਕਿਉਂ ਉੱਧਰ ਜਾ ਰਿਹਾ ਹੈਗਾ,
ਸੋ ਬ੍ਰਿੰਗਿੰਗ ਇਟ ਬੈਕ ਟੂ ਜਿਹੜੇ ਪੁਆਇੰਟ ਤੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਚੰਗੀ ਗਵਰਨੈਂਸ ਕਿਸ ਆਧਾਰ 'ਤੇ ਹੋ ਰਹੀ ਆ, ਉਹਦੀ ਬੁਨਿਆਦੀ ਸਟਰਕਚਰ ਕੀ ਆ। ਜੇ ਉਹ ਬਿਹਤਰ ਹੋਏਗਾ ਤਾਂ ਚੰਗੀ ਗਵਰਨੈਂਸ ਹੋਰ ਵੀ ਬਿਹਤਰ ਹੋ ਸਕੇਗੀ। ਜਾਂ ਕਈ ਵਾਰੀ ਚੰਗੀ ਗਵਰਨੈਂਸ ਦੇ ਵਿੱਚ ਜਿਹੜੀਆਂ ਖਾਮੀਆਂ ਰਹਿ ਜਾਂਦੀਆਂ ਨੇ ਉਹ ਇਹ ਸਟਰਕਚਰ ਕਰਕੇ ਰਹਿੰਦੀਆਂ ਨੇ। ਜੇ ਆਹ ਚੀਜ਼ਾਂ ਸੈੱਟ ਹੋ ਜਾਣ ਤਾਂ ਉਹ ਗਵਰਨੈਂਸ ਦਾ ਹੋਰ ਇੰਪੈਕਟ ਹੈ ਲੋਕਾਂ ਵਾਸਤੇ ਹੋਰ ਜ਼ਿਆਦਾ ਉਹ ਡਾਇਰੈਕਟ ਅਤੇ ਹੋਰ ਸਾਜ਼ਗਾਰ ਹੋ ਜਾਏਗਾ। ਉਹ ਸਮਾਜ ਤੇ ਗਵਰਨੈਂਸ ਤੇ ਸਟਰਕਚਰ ਤਿੰਨੋਂ ਜੁੜੇ ਹੋਏ ਨੇ। ਜਦੋਂ ਜਿੰਨਾ ਚਿਰ ਇਹਨਾਂ ਦੇ ਵਿੱਚ ਇੱਕ ਲੈ ਨਹੀਂ ਬੈਠਦੀਗੀ, ਇੱਕ ਇਹਨਾਂ ਦੇ ਵਿੱਚ ਹਾਰਮੋਨੀ ਨਹੀਂ ਆਉਂਦੀਗੀ, ਉਹਨਾਂ ਚਿਰ ਜਿਹੜੀ ਗਰੋਥ ਹੈ, ਜਿਹੜੀ ਡਿਵੈਲਪਮੈਂਟ ਹੈ, ਉਹ ਮੇਰਾ ਖਿਆਲ ਹੈ ਥੱਲੇ ਤੱਕ ਪਹੁੰਚਣੀ ਬਹੁਤ ਔਖੀ ਹੈ ਜੀ। ਸੋ ਮੇਰੇ ਖਿਆਲ ਦੇ ਵਿੱਚ ਇਹ ਹਾਰਮੋਨਾਈਜੇਸ਼ਨ ਇਹਦੀ ਹੋਣੀ ਚਾਹੀਦੀ ਹੈਗੀ ਔਰ ਇੱਕ ਟਾਈਮ ਹੈ ਇਸ ਨੂੰ ਰਿਵਿਊ ਕਰਨ ਦਾ ਇਸ ਵੇਲੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਹੁਣ ਕਿਉਂਕਿ ਆਉਂਦੇ ਸਮੇਂ ਦੇ ਵਿੱਚ ਹੋਰ ਸਟੇਟਸ ਦੇ ਵਿੱਚ ਇਲੈਕਸ਼ਨਸ ਵੀ ਹੋਣੇ ਨੇ, ਪੰਜਾਬ ਦੇ ਇਲੈਕਸ਼ਨਸ ਹੁਣ ਅਤੇ ਇਹ ਵੀ ਕਿਆਸ ਰਾਈਆਂ ਲੱਗਦੀਆਂ ਨੇ ਵੀ ਕਿਤੇ ਇਸੇ ਸਾਲ ਨਾ ਹੋ ਜਾਣ, ਪਰ ਹਲੇ ਕੋਵਿਡ ਦੀ ਸਿਚੁਏਸ਼ਨ ਉੱਥੇ ਬਹੁਤ ਜ਼ਿਆਦਾ ਬੇਕਾਬੂ ਹੋਈ ਆ, ਪਰ ਅਗਲੇ ਸਾਲ 'ਤੇ ਚੋਣਾਂ ਹੋਣੀਆਂ ਹੀ ਨੇ। ਸੋ ਉਹਦੇ ਵਿੱਚ ਵੀ ਦੇਖਦੇ ਹਾਂ ਕਿ ਕੀ ਨਤੀਜੇ ਆਉਂਦੇ ਨੇ। ਪਰ ਇਹ ਜਿਹੜੇ ਸੰਕੇਤ ਨੇ, ਇਹ ਸੰਕੇਤ ਉੱਥੇ ਕਿਸ ਹਿਸਾਬ ਦਾ ਰੰਗ ਲਿਆਉਂਦੇ ਨੇ, ਕਿਉਂਕਿ ਉੱਥੇ ਵੀ ਰੀਜਨਲ ਪਾਰਟੀ ਦੀ ਪਹਿਲਾਂ ਸਰਕਾਰ ਰਹਿ ਚੁੱਕੀ ਆ ਅਤੇ ਉਹ ਤੋਂ ਬਦਲੀ ਕਰਕੇ ਜਦੋਂ ਹੁਣ ਇਸ ਵੇਲੇ ਇੱਕ ਜਿਹੜੀ ਪੁਰਾਣੀ ਪਾਰਟੀ ਦੀ ਸਰਕਾਰ ਬਣੀ ਹੋਈ ਹੈ, ਸਭ ਨੂੰ ਪਤਾ ਹੀ ਕਿ ਇੱਕ ਸੈਕਿੰਡ ਜੀ, ਜਿਹੜਾ ਪਾਰਟੀ ਦੀ ਬਦਲ ਜਾਣੀ ਹੈ, ਉਹ ਪਹਿਲਾਂ ਵੀ ਰੀਜਨਲ ਪਾਰਟੀ ਸੀ, ਹੁਣ ਵੀ ਤਾਮਿਲਨਾਡੂ ਦੇ ਵਿੱਚ ਰੀਜਨਲ ਪਾਰਟੀ ਹੈ ਜੀ। ਦੇਖੋ 2 ਪਾਰਟੀ ਬਦਲ ਗਈ ਹੈਗੀ, ਪਰ ਗੱਲ ਤਾਂ ਜਿੱਦਾਂ ਚਿਰ ਸਟਰਕਚਰ ਨਹੀਂ ਮੈਚ ਕਰਦਾ ਹੈਗਾ ਉਹ ਪਾਰਟੀ ਨੂੰ ਡਿਲੀਵਰ ਕਰਨਾ, ਭਾਵੇਂ ਉਹ ਜਿੰਨੀ ਮਰਜ਼ੀ ਇਮਾਨਦਾਰੀ ਨਾਲ ਕੰਮ ਕਰਨਾ ਸ਼ੁਰੂ ਕਰੇ, ਉਹ ਡਿਲੀਵਰੀ ਹੈ ਜਿਹੜੀ ਉਹ ਨਹੀਂ ਹੋ ਸਕਦੀਗੀ ਜਾਂ ਡਿਲੀਵਰੀ ਦੇ ਵਿੱਚ ਖਾਮੀਆਂ ਰਹਿ ਜਾਂਦੀਆਂ ਨੇ। ਰੁਕਾਵਟਾਂ ਕੁਝ ਹੋਰ ਸਟਰਕਚਰਲ ਨੇ, ਸਟਰਕਚਰਲ ਰੁਕਾਵਟਾਂ ਜਿਹੜੀਆਂ ਢਾਂਚਾਗਤ ਰੁਕਾਵਟਾਂ ਨੇ, ਜਿਹੜੀਆਂ ਉਹ ਦੂਰ ਕਰਨ ਦੀ ਲੋੜ ਹੈ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਥੈਂਕ ਯੂ।